ਜੇ ਅੱਜ ਕੋਈ ਸੰਦੇਸ਼ ਭੇਜਣਾ ਹੋਵੇ ਤਾਂ ਕਿੰਨਾ ਕੁ ਸਮਾਂ ਲੱਗਦਾ ਹੈ? 1 ਸੈਕਿੰਡ ਤੋਂ ਵੀ ਘੱਟ, ਹੈ ਨਾ? ਪਰ ਸੋਚੋ, ਜੇ ਆਪਾਂ 500 ਸਾਲ ਪਿੱਛੇ ਚਲੇ ਜਾਈਏ, ਜਦੋਂ ਨਾ ਫੋਨ ਸੀ ਨਾ ਇੰਟਰਨੈਟ, ਉਦੋਂ ਕੀ ਹੁੰਦਾ ਹੋਵੇਗਾ? ਸੰਚਾਰ ਦੀ ਇਹ ਕਹਾਣੀ ਸਿਰਫ ਤਕਨਾਲੋਜੀ ਦੀ ਨਹੀਂ, ਬਲਕਿ ਦੂਰੀ ਨੂੰ ਹਰਾਉਣ ਦੀ ਇਨਸਾਨੀ ਜ਼ਿੱਦ ਦੀ ਕਹਾਣੀ ਹੈ। ਤਾਂ ਆਓ ਇਸ ਸਫ਼ਰ ਦੀ ਸ਼ੁਰੂਆਤ ਇਸੇ ਸਵਾਲ ਤੋਂ ਕਰਦੇ ਹਾਂ। ਜਦੋਂ ਦੁਨੀਆ ਤਾਰਾਂ ਤੇ ਤਰੰਗਾਂ ਨਾਲ ਨਹੀਂ, ਸਗੋਂ ਕਦਮਾਂ ਨਾਲ ਜੁੜੀ ਹੋਈ ਸੀ, ਤਾਂ ਸੰਚਾਰ ਦੀ ਰਫ਼ਤਾਰ ਮਨੁੱਖੀ ਹੱਦਾਂ ਵਿੱਚ ਕੈਦ ਸੀ। ਆਓ ਦੇਖੀਏ ਕਿ ਉਹ ਹੱਦਾਂ ਕੀ ਸਨ। ਜਵਾਬ ਸੱਚ ਪੁੱਛੋ ਤਾਂ ਹੈਰਾਨੀਜਨਕ ਤੌਰ ਤੇ ਸਧਾਰਨ ਹੈ। ਜਿੰਨੀ ਤੇਜ਼ ਇੱਕ ਇਨਸਾਨ ਭੱਜ ਸਕਦਾ ਸੀ, ਬਸ ਓਨੀ ਹੀ। ਜ਼ਰਾ ਸੋਚ ਕੇ ਦੇਖੋ, ਦੁਨੀਆ ਦਾ ਸੂਚਨਾ ਹਾਈਵੇ ਮਾਸ ਅਤੇ ਹੱਡੀਆਂ ਦਾ ਬਣਿਆ ਹੋਇਆ ਸੀ। ਇਹ ਉਹ ਦੌਰ ਸੀ ਜਿੱਥੇ ਸੰਦੇਸ਼ ਦੀ ਗਤੀ ਇਨਸਾਨ ਦੀ ਗਤੀ ਸੀ ਅਤੇ ਸਰੀਰਕ ਤਾਕਤ ਹੀ ਸਭ ਤੋਂ ਵੱਡੀ ਟੈਕਨੋਲੋਜੀ ਸੀ। ਅਤੇ ਇਸ ਮਨੁੱਖੀ ਨੈਟਵਰਕ ਦੀ ਸਭ ਤੋਂ ਕਮਾਲ ਦੀ ਮਿਸਾਲ ਸਨ ਇੰਕਾ ਸਾਮਰਾਜ ਦੇ ਚਾਰਸਕੀ ਦੌੜਾਕ। ਇਹ ਸਿਰਫ ਸੰਦੇਸ਼ ਪਹੁੰਚਾਉਣ ਵਾਲੇ ਨਹੀਂ ਸਨ, ਬਲਕਿ ਇੱਕ ਵਿਸ਼ਾਲ ਸਾਮਰਾਜ ਦੀਆਂ ਜਿਉਂਦੀਆਂ ਜਾਗਦੀਆਂ ਨਾੜਾਂ ਸਨ, ਜਿਨ੍ਹਾਂ ਨੇ ਪੂਰੇ ਸਾਮਰਾਜ ਨੂੰ ਇੱਕ ਮੁੱਠ ਕਰਕੇ ਰੱਖਿਆ ਹੋਇਆ ਸੀ। ਅਤੇ ਇਹ ਸੀ ਉਹਨਾਂ ਦਾ ਹਾਈਵੇ 40,000 ਕਿਲੋਮੀਟਰ ਲੰਮਾ, ਸੜਕਾਂ ਦਾ ਇੱਕ ਜ਼ਬਰਦਸਤ ਚਾਲ, ਜਿਸ ਨੂੰ ਕਾਪਕ ਨਾਨ ਕਿਹਾ ਜਾਂਦਾ ਸੀ। ਇਹ ਕੋਈ ਆਮ ਸੜਕਾਂ ਨਹੀਂ ਸਨ, ਸਗੋਂ ਪਹਾੜਾਂ ਨੂੰ ਚੀਰ ਕੇ ਬਣਾਇਆ ਗਿਆ ਇੰਜੀਨੀਅਰਿੰਗ ਦਾ ਇੱਕ ਅਜਿਹਾ ਕਮਾਲ ਸੀ ਜੋ ਇਸ ਪੂਰੀ ਚਾਰਸਕੀ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਸੀ। ਤਾਂ ਇਹ ਕੰਮ ਕਿਵੇਂ ਕਰਦਾ ਸੀ? ਖੈਰ, ਇਸ ਸਿਸਟਮ ਦੀ ਖੂਬਸੂਰਤੀ ਇਸ ਦੀ ਰੀਲੇ ਪ੍ਰਣਾਲੀ ਵਿੱਚ ਸੀ। ਇੱਕ ਦੌੜਾਕ ਅਗਲੇ ਸਟੇਸ਼ਨ ਤੇ ਪਹੁੰਚਣ ਤੋਂ ਪਹਿਲਾਂ ਪੁਤੂਤੂ ਯਾਨੀ ਇੱਕ ਸ਼ੰਖ ਵਜਾ ਕੇ ਅਗਲੇ ਦੌੜਾਕ ਨੂੰ ਤਿਆਰ ਰਹਿਣ ਦਾ ਇਸ਼ਾਰਾ ਦਿੰਦਾ। ਸੰਦੇਸ਼ ਭਾਵੇਂ ਜ਼ੁਬਾਨੀ ਰੱਟਿਆ ਹੋਵੇ ਜਾਂ ਕਿੱਪੂ ਗੰਢਾਂ ਵਾਲੀਆਂ ਡੋਰੀਆਂ ਤੇ ਦਰਜ ਹੋਵੇ, ਅੱਗੇ ਦਿੱਤਾ ਜਾਂਦਾ ਅਤੇ ਇੱਕ ਤਾਜ਼ਾ ਦੌੜਾਕ ਬਿਨਾਂ ਇੱਕ ਪਲ ਗਵਾਏ ਅੱਗੇ ਨਿਕਲ ਜਾਂਦਾ। ਇਸ ਤਰ੍ਹਾਂ ਮਿਲ ਕੇ ਉਹ ਇੱਕ ਦਿਨ ਵਿੱਚ 240 ਕਿਲੋਮੀਟਰ ਤੱਕ ਦੀ ਹੈਰਾਨੀਜਨਕ ਦੂਰੀ ਤੈਅ ਕਰ ਲੈਂਦੇ ਸਨ। ਪਰ ਮਨੁੱਖੀ ਤਾਕਤ ਦੀਆਂ ਵੀ ਆਪਣੀਆਂ ਸੀਮਾਵਾਂ ਸਨ। ਅਗਲੀ ਵੱਡੀ ਕ੍ਰਾਂਤੀ ਆਈ ਕੁਦਰਤ ਦੀ ਇੱਕ ਸ਼ਕਤੀ ਨੂੰ ਕਾਬੂ ਕਰਨ ਨਾਲ, ਬਿਜਲੀ। ਟੈਲੀਗ੍ਰਾਫ ਨੇ ਸਿਰਫ ਦੂਰੀ ਨੂੰ ਹੀ ਨਹੀਂ ਹਰਾਇਆ, ਸਗੋਂ ਇਸਨੇ ਇੱਕ ਅਜਿਹੀ ਚੀਜ਼ ਨੂੰ ਚੁਣੌਤੀ ਦਿੱਤੀ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ, ਖੁਦ ਸਮੇਂ ਨੂੰ। 1841 ਦਾ ਇਹ ਰੇਲਵੇ ਟਾਈਮ ਟੇਬਲ ਸਿਰਫ ਇੱਕ ਕਾਗਜ਼ ਦਾ ਟੁਕੜਾ ਨਹੀਂ, ਇਹ ਉਸ ਦੌਰ ਦੀ ਪੂਰੀ ਕਹਾਣੀ ਦੱਸਦਾ ਹੈ। ਲੰਡਨ ਦਾ ਸਮਾਂ ਬ੍ਰਿਸਟਲ ਦੇ ਸਮੇਂ ਤੋਂ 11 ਮਿੰਟ ਅੱਗੇ ਸੀ। ਕਿਉਂ? ਕਿਉਂਕਿ ਹਰ ਸ਼ਹਿਰ ਦੀ ਘੜੀ ਸੂਰਜ ਦੇ ਹਿਸਾਬ ਨਾਲ ਚੱਲਦੀ ਸੀ। ਪਰ ਜਦੋਂ ਰੇਲ ਗੱਡੀਆਂ ਆਈਆਂ ਜਿਨ੍ਹਾਂ ਨੂੰ ਇੱਕ ਸਹੀ ਟਾਈਮ ਟੇਬਲ ਚਾਹੀਦਾ ਸੀ, ਤਾਂ ਇਹ ਸਥਾਨਕ ਸਮੇਂ ਦਾ ਚੱਕਰ ਇੱਕ ਵੱਡੀ ਮੁਸੀਬਤ ਬਣ ਗਿਆ। ਤਾਂ ਇੱਥੇ ਦੋ ਦੁਨੀਆਵਾਂ ਆਪਸ ਵਿੱਚ ਟਕਰਾ ਰਹੀਆਂ ਸਨ। ਇੱਕ ਪਾਸੇ ਸੀ ਸਦੀਆਂ ਪੁਰਾਣੀ ਸੂਰਜ ਨਾਲ ਚੱਲਣ ਵਾਲੀ ਜ਼ਿੰਦਗੀ ਅਤੇ ਦੂਜੇ ਪਾਸੇ ਨਵੇਂ ਉਦਯੋਗਿਕ ਯੁੱਗ ਦੀ ਇਕਸਾਰਤਾ ਦੀ ਸਖਤ ਲੋੜ। ਕੁਝ ਤਾਂ ਬਦਲਣਾ ਹੀ ਸੀ ਅਤੇ ਜਿੱਤ ਖੈਰ ਉਹ ਤਕਨਾਲੋਜੀ ਦੀ ਹੋਈ। ਅਤੇ ਇਸ ਦਾ ਹੱਲ ਬਹੁਤ ਤੇਜ਼ੀ ਨਾਲ ਨਿਕਲਿਆ। ਸ਼ੁਰੂਆਤ 1847 ਵਿੱਚ ਰੇਲਵੇ ਨੇ ਕੀਤੀ, ਫਿਰ ਟੈਲੀਗ੍ਰਾਫ ਨੇ ਪੂਰੇ ਦੇਸ਼ ਦੀਆਂ ਘੜੀਆਂ ਨੂੰ ਇਕਸੁਰ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ 1884 ਤੱਕ ਪੂਰੇ ਦੁਨੀਆ ਨੂੰ 24 ਟਾਈਮ ਜ਼ੋਨਾਂ ਵਿੱਚ ਵੰਡ ਦਿੱਤਾ ਗਿਆ। ਇੱਕ ਦੁਨੀਆ ਜੋ ਕਦੇ ਹਜ਼ਾਰਾਂ ਸਥਾਨਿਕ ਸਮਿਆਂ ਤੇ ਚੱਲਦੀ ਸੀ, ਹੁਣ ਇੱਕ ਗਲੋਬਲ ਘੜੀ ਦੀ ਤਾਲ ਤੇ ਨੱਚ ਰਹੀ ਸੀ। ਤਾਰਾ ਰਾਹੀਂ ਕੋਡ ਭੇਜਣਾ ਇੱਕ ਗੱਲ ਸੀ, ਪਰ ਇਨਸਾਨੀ ਆਵਾਜ਼ ਨੂੰ ਭੇਜਣਾ, ਇੱਕ ਹਾਸਾ, ਇੱਕ ਚੀਖ ਜਾਂ ਕੋਈ ਹੌਲੀ ਜੀ ਗੱਲ, ਇਹ ਬਿਲਕੁਲ ਵੱਖਰੀ ਗੱਲ ਸੀ। ਇਹ ਅਗਲੀ ਵੱਡੀ ਛਾਲ ਸੀ ਜਿਸ ਨੇ ਨਾ ਸਿਰਫ ਜਾਣਕਾਰੀ ਸਗੋਂ ਅਹਿਸਾਸਾਂ ਨੂੰ ਵੀ ਦੂਰੀਆਂ ਦੇ ਪਾਰ ਪਹੁੰਚਾ ਦਿੱਤਾ। ਇਸ ਜਾਦੂ ਦੀ ਸ਼ੁਰੂਆਤ ਹੋਈ 1870 ਦੇ ਦਹਾਕੇ ਵਿੱਚ ਅਲੈਗਜ਼ੈਂਡਰ ਗ੍ਰਾਹਮ ਬੈਲ ਦੇ ਟੈਲੀਫੋਨ ਨਾਲ। ਪਹਿਲੀ ਵਾਰ ਲੋਕ ਮੀਲਾਂ ਦੂਰ ਬੈਠੇ ਆਪਣੇ ਪਿਆਰਿਆਂ ਦੀ ਆਵਾਜ਼ ਇੰਜ ਸੁਣ ਸਕਦੇ ਸਨ ਜਿਵੇਂ ਉਹ ਉਸੇ ਕਮਰੇ ਵਿੱਚ ਬੈਠੇ ਹੋਣ। ਸੱਚਮੁੱਚ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਪਰ ਅਸਲੀ ਗੇਮ ਚੇਂਜਰ ਸੀ ਰੇਡੀਓ। ਇਸ ਨੇ ਉਸ ਇੱਕ ਆਵਾਜ਼ ਨੂੰ ਲਿਆ ਅਤੇ ਇੱਕੋ ਸਮੇਂ ਲੱਖਾਂ ਘਰਾਂ ਵਿੱਚ ਪਹੁੰਚਾ ਦਿੱਤਾ। ਹੁਣ ਇਹ ਦੋ ਲੋਕਾਂ ਵਿਚਕਾਰ ਗੱਲ ਨਹੀਂ ਸੀ, ਇਹ ਜਨ ਸੰਚਾਰ ਦਾ ਜਨਮ ਸੀ। ਰੇਡੀਓ ਨੇ ਇੱਕ ਸਾਂਝੀ ਰਾਸ਼ਟਰੀ ਧੜਕਣ ਪੈਦਾ ਕਰ ਦਿੱਤੀ। ਸੋਚੋ, ਪੂਰੇ ਦੇਸ਼ ਵਿੱਚ ਪਰਿਵਾਰ ਰਾਸ਼ਟਰਪਤੀ ਰੂਜ਼ਵੈਲਟ ਦੀਆਂ ਫਾਇਰਸਾਈਡ ਚਾਰਟਸ ਸੁਣਨ ਲਈ ਇਕੱਠੇ ਬੈਠਦੇ, ਦ ਲੋਨ ਰੇਂਜਰ ਵਰਗੇ ਨਾਇਕਾਂ ਲਈ ਤਾੜੀਆਂ ਵਜਾਉਂਦੇ ਅਤੇ ਇੱਕੋ ਸੰਗੀਤ ਤੇ ਝੂਮਦੇ। ਇੱਕ ਆਵਾਜ਼ ਨੇ ਇੱਕ ਵਿਸ਼ਾਲ ਦੇਸ਼ ਵਿੱਚ ਇੱਕ ਸਾਂਝਾ ਸੱਭਿਆਚਾਰ ਬਣਾ ਦਿੱਤਾ ਸੀ। 20ਵੀਂ ਸਦੀ ਵਿੱਚ ਇਰਾਦੇ ਹੋਰ ਵੀ ਵੱਡੇ ਹੋ ਗਏ। ਹੁਣ ਟੀਚਾ ਸਿਰਫ ਇੱਕ ਦੇਸ਼ ਨੂੰ ਜੋੜਨਾ ਨਹੀਂ ਸੀ, ਸਗੋਂ ਪੂਰੇ ਗ੍ਰਹਿ ਨੂੰ ਇੱਕ ਰੀਅਲ ਟਾਈਮ ਨੈਟਵਰਕ ਵਿੱਚ ਬੁਣਨਾ ਸੀ ਅਤੇ ਇਸ ਲਈ ਲੋੜ ਸੀ ਇੰਜੀਨੀਅਰਿੰਗ ਦੇ ਵੱਡੇ-ਵੱਡੇ ਕਾਰਨਾਮਿਆਂ ਦੀ। ਜ਼ਰਾ ਇਸ ਤਰੱਕੀ ਦੀ ਰਫ਼ਤਾਰ ਤੇ ਗੌਰ ਕਰੋ।
1866 ਵਿੱਚ ਸਮੁੰਦਰ ਦੇ ਹੇਠਾਂ ਪਹਿਲੀ ਟੈਲੀਗ੍ਰਾਫ ਕੇਬਲ ਵਿਛਾਉਣ ਤੋਂ ਲੈ ਕੇ 1962 ਵਿੱਚ ਟੈਲਸਟਾਰ ਸੈਟੇਲਾਈਟ ਰਾਹੀਂ ਪੁਲਾੜ ਤੋਂ ਸੰਕੇਤ ਭੇਜਣ ਤੱਕ ਅਤੇ ਫਿਰ 1969 ਵਿੱਚ ਆਰਪਾਨੈਟ ਯਾਨੀ ਇੰਟਰਨੈਟ ਦੇ ਪੂਰਵਜ ਦੇ ਜਨਮ ਤੱਕ। ਹਰ ਕਦਮ ਇੱਕ ਵੱਡੀ ਛਾਲ ਸੀ ਜਿਸ ਨੇ ਦੁਨੀਆ ਨੂੰ ਹੋਰ ਛੋਟਾ ਤੇ ਹੋਰ ਨੇੜੇ ਕਰ ਦਿੱਤਾ। 20ਵੀਂ ਸਦੀ ਦੇ ਅੰਤ ਤੱਕ ਇਹ ਸੁਪਨਾ ਹਕੀਕਤ ਬਣ ਚੁੱਕਾ ਸੀ। ਦੁਨੀਆ ਸੱਚਮੁੱਚ ਤਾਰਾ, ਤਰੰਗਾਂ ਅਤੇ ਲਿੰਕਾਂ ਦੇ ਇੱਕ ਗੁੰਝਲਦਾਰ ਜਾਲ ਵਿੱਚ ਬੱਝੀ ਹੋਈ ਸੀ। ਸਾਡੇ ਆਧੁਨਿਕ ਡਿਜੀਟਲ ਯੁੱਗ ਦਾ ਮੰਚ ਪੂਰੀ ਤਰ੍ਹਾਂ ਤਿਆਰ ਸੀ ਅਤੇ ਇੱਕ ਵੱਡੇ ਧਮਾਕੇ ਦੀ ਉਡੀਕ ਸੀ। ਅਤੇ ਇਸ ਨਾਲ ਅਸੀਂ ਆ ਪਹੁੰਚੇ ਹਾਂ ਅੱਜ ਦੇ ਦੌਰ ਵਿੱਚ, ਜਦੋਂ ਸੰਚਾਰ ਸਾਡੀਆਂ ਜੇਬਾਂ ਵਿੱਚ ਹੈ ਅਤੇ ਪਲਕ ਝਪਕਦਿਆਂ ਹੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋ ਸਕਦਾ ਹੈ। ਤਾਂ ਇੱਕ ਬਹੁਤ ਡੂੰਘਾ ਸਵਾਲ ਉੱਠਦਾ ਹੈ ਕਿ ਭੌਤਿਕ ਸਥਾਨ ਯਾਨੀ ਕਿ ਅਸਲੀ ਦੁਨੀਆ ਦਾ ਕੋਈ ਮਤਲਬ ਰਹਿ ਗਿਆ ਹੈ? ਕੀ ਅਸੀਂ ਦੂਰੀ ਨੂੰ ਅਤੇ ਇਸ ਲਈ ਖੁਦ ਭੂਗੋਲ ਨੂੰ ਪੂਰੀ ਤਰ੍ਹਾਂ ਜਿੱਤ ਲਿਆ ਹੈ? ਇਸ ਨੂੰ ਸਮਝਣ ਲਈ ਆਓ ਇੱਕ ਸੰਕਲਪ ਨੂੰ ਸਮਝੀਏ, ਹਾਈਪਰਸਪੇਸ ਬਿਆਸ। ਹੁਣ ਇਹ ਸੁਣਨ ਵਿੱਚ ਥੋੜਾ ਔਖਾ ਲੱਗ ਸਕਦਾ ਹੈ, ਪਰ ਇਸ ਦਾ ਮਤਲਬ ਬਹੁਤ ਸਿੱਧਾ ਹੈ। ਇਸ ਦਾ ਮਤਲਬ ਹੈ ਕਿ ਸਾਡੇ ਡਿਜੀਟਲ ਕਨੈਕਸ਼ਨ ਇੰਨੇ ਮਹੱਤਵਪੂਰਨ ਹੋ ਗਏ ਹਨ ਕਿ ਉਹ ਸਾਡੇ ਆਲੇ-ਦੁਆਲੇ ਦੀ ਅਸਲ ਭੌਤਿਕ ਦੁਨੀਆ ਦੀ ਮਹੱਤਤਾ ਨੂੰ ਚੁਣੌਤੀ ਦੇਣ ਲੱਗੇ ਹਨ। ਇਸ ਫਰਕ ਨੂੰ ਸਮਝਣ ਲਈ ਆਓ ਦੋ ਵਿਰੋਧ ਪ੍ਰਦਰਸ਼ਨਾਂ ਨੂੰ ਦੇਖੀਏ। 1930 ਦੇ ਦਹਾਕੇ ਵਿੱਚ ਵਿਰੋਧ ਭੌਤਿਕ ਸਥਾਨ ਤੇ ਕੇਂਦਰਿਤ ਸੀ, ਪਰਚੇ ਛਾਪਣਾ, ਸਥਾਨਿਕ ਮੀਟਿੰਗਾਂ ਕਰਨਾ। ਇਹ ਸੀ ਸਪੇਸ ਬਾਇਆਸ। ਹੁਣ ਆਉਂਦਿਆਂ 2011 ਦੇ ਆਕਿਊਪਾਈ ਵਾਲ ਸਟਰੀਟ ਅੰਦੋਲਨ ਤੇ ਪ੍ਰਦਰਸ਼ਨ ਭਾਵੇਂ ਭੌਤਿਕ ਸੀ, ਪਰ ਇਸ ਦੀ ਅਸਲ ਤਾਕਤ ਆਈ ਹਾਈਪਰਸਪੇਸ ਬਾਇਆਸ ਤੋਂ, ਯਾਨੀ ਹੈਸ਼ਟੈਗ ਅਤੇ ਲਾਈਵ ਸਟ੍ਰੀਮਿੰਗ, ਜਿਨ੍ਹਾਂ ਨੇ ਇੱਕ ਸਥਾਨਿਕ ਘਟਨਾ ਨੂੰ ਤੁਰੰਤ ਇੱਕ ਗਲੋਬਲ ਮੁੱਦਾ ਬਣਾ ਦਿੱਤਾ। ਇਸ ਦੀ ਸਭ ਤੋਂ ਵੱਡੀ ਮਿਸਾਲ ਸੀ ਬਰੁਕਲਿਨ ਬ੍ਰਿਜ ਦੀ ਘਟਨਾ, ਜਦੋਂ ਪੁਲਿਸ ਇੱਕ ਭੌਤਿਕ ਥਾਂ ਤੇ ਲਗਭਗ 700 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਰਹੀ ਸੀ। ਉਸੇ ਵੇਲੇ ਦੂਜੇ ਪ੍ਰਦਰਸ਼ਨਕਾਰੀ ਆਪਣੇ ਫੋਨਾਂ ਰਾਹੀਂ ਉਸ ਘਟਨਾ ਨੂੰ ਪੂਰੀ ਦੁਨੀਆ ਤੱਕ ਪਹੁੰਚਾ ਰਹੇ ਸਨ। ਬ੍ਰਿਜ ਦਾ ਭੌਤਿਕ ਸਥਾਨ ਇੱਕ ਡਿਜੀਟਲ ਡਰਾਮੇ ਦਾ ਮੰਚ ਬਣ ਗਿਆ, ਜਿਸ ਨੇ ਇਸ ਦੇ ਪ੍ਰਭਾਵ ਨੂੰ ਹਜ਼ਾਰਾਂ ਗੁਣਾ ਵਧਾ ਦਿੱਤਾ। ਤਾਂ ਫਿਰ ਸਵਾਲ ਉਹੀ ਹੈ, ਪਰ ਹੁਣ ਇਸ ਦੇ ਮਾਇਨੇ ਬਦਲ ਗਏ ਨੇ। ਦੌੜਾਕਾ ਤੋਂ ਲੈ ਕੇ ਸੈਟੇਲਾਈਟ ਤੱਕ ਦੇ ਇਸ ਲੰਬੇ ਸਫ਼ਰ ਤੋਂ ਬਾਅਦ ਕੀ ਸਾਡੀ ਤਕਨਾਲੋਜੀ ਨੇ ਉਸ ਸਥਾਨ ਨੂੰ ਸੱਚਮੁੱਚ ਬੇਮਾਇਨਾ ਕਰ ਦਿੱਤਾ ਹੈ ਜਿੱਥੇ ਅਸੀਂ ਖੜੇ ਹਾਂ? ਇਹ ਆਖਰੀ ਗੱਲ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਭ ਕੁਝ ਦੇ ਬਾਵਜੂਦ ਭੌਤਿਕ ਸਥਾਨ ਤੇ ਕਬਜ਼ੇ ਦੀ ਲੜਾਈ ਅੱਜ ਵੀ ਸਾਡੀ ਰਾਜਨੀਤੀ ਦਾ ਕੇਂਦਰ ਹੈ। ਸ਼ਾਇਦ ਟੈਕਨੋਲੋਜੀ ਨੇ ਭੂਗੋਲ ਨੂੰ ਖਤਮ ਨਹੀਂ ਕੀਤਾ, ਸਗੋਂ ਇਸ ਨੇ ਲੜਾਈ ਦੇ ਮੈਦਾਨ ਬਦਲ ਦਿੱਤੇ ਹਨ। ਹੁਣ ਲੜਾਈ ਸਿਰਫ ਸੜਕਾਂ ਤੇ ਨਹੀਂ, ਸਗੋਂ ਸਾਡੀਆਂ ਸਕਰੀਨਾਂ ਤੇ ਵੀ ਲੜੀ ਜਾਂਦੀ ਹੈ, ਭੌਤਿਕ ਅਤੇ ਡਿਜੀਟਲ ਦੋਵਾਂ ਦੁਨੀਆਵਾਂ ਤੇ ਕੰਟਰੋਲ ਲਈ।